ਪਿੱਛੇ ਜੋ ਕਾਂਗਰਸ ਨੇ ਕੀਤਾ ਉਹ ਕਾਂਗਰਸ ਨੂੰ ਗਾਲਾਂ ਕੱਢਦੀਆਂ ਜਾਂ ਕਾਂਗਰਸ ਨੂੰ ਹੀ ਬਲੇਮ ਕਰਕੇ ਉੱਥੇ ਹੀ ਕੰਮ ਛੱਡ ਦੇਣਾ। ਸਿਰਫ ਉਹ ਨਹੀਂ, ਕਾਂਗਰਸ ਲੀਡਰਾਂ ਨੂੰ ਮੈਂ ਦੱਸ ਰਿਹਾ ਕਿ ਇਸ ਸਟੇਜ ਤੇ ਵੀ ਤੁਸੀਂ ਕੀ ਕਰ ਸਕਦੇ ਹੋ ਕਿ ਅਜੇ ਵੀ ਤੁਹਾਡੇ ਕੋਲੇ 8-9 ਮਹੀਨੇ ਪਏ ਆ। ਮੇਰਾ ਕੋਈ ਮਕਸਦ ਕਿਸੇ ਪੋਲੀਟੀਕਲ ਪਾਰਟੀ ਦਾ ਫਾਇਦਾ ਕਰਨਾ ਨਹੀਂ, ਮੇਰਾ ਮਕਸਦ ਕਿਸੇ ਪੋਲੀਟੀਕਲ ਪਾਰਟੀ ਦਾ ਨੁਕਸਾਨ ਕਰਨਾ ਨਹੀਂ, ਮੇਰਾ ਮਕਸਦ ਹੈ ਆਪਣੇ ਮੁੱਦੇ ਤੇ ਰਹਿਣਾ। ਜਿਹੜੇ ਡੇਰੇ ਵਾਲਿਆਂ ਦੀ ਇੱਕ ਪਿਕਚਰ ਆਉਣੀ ਸੀ MH, ਉਹ ਪਿਕਚਰ ਦੇ ਕਰਕੇ ਡੇਰੇ ਵਾਲਿਆਂ ਨੇ ਧਰਨੇ ਦਿੱਤੇ ਹੋਏ ਸੀ, ਰਸਤੇ ਰੋਕੇ ਸੀ, ਸੜਕਾਂ ਰੋਕੀਆਂ ਸੀ। ਅਕਾਲੀ ਸਰਕਾਰ ਜੋ ਬਾਦਲਾਂ ਦੀ ਸਰਕਾਰ ਨੇ ਕੋਈ ਐਕਸ਼ਨ ਉਹਨਾਂ ਤੇ ਨਹੀਂ ਲਿਆ। ਜਿਵੇਂ ਕਿ ਮੰਨ ਕੇ ਉਸ ਟਾਈਮ ਸਰਕਾਰ ਰਾਮ ਰਹੀਮ ਰਨ ਕਰ ਰਿਹਾ, ਨਾ ਕਿ ਪ੍ਰਕਾਸ਼ ਸਿੰਘ ਬਾਦਲ ਰਨ ਕਰ ਰਿਹਾ। ਇਹ ਤਾਂ ਸਿੱਖ ਆਪਣੇ ਗੁਰੂ ਦੀ ਬੇਅਦਬੀ ਖੁਦ ਹੀ ਕਰਵਾਉਂਦੇ ਆ। ਇਹ ਤਾਂ ਸਿੱਖ ਆਪਣੇ ਗੁਰੂ ਦੇ ਅੰਗ ਪਾੜ ਕੇ ਖੁਦ ਹੀ ਉਹਨਾਂ ਨੂੰ ਰੂੜੀਆਂ ਤੇ ਰੋਲਦੇ ਆ। ਇਦੋਂ ਵੱਡੀ ਸ਼ਰਮ ਦੀ ਤੇ ਇਦੋਂ ਵੱਡਾ ਦਾਗ ਸਾਡੀ ਪੀੜ੍ਹੀ ਦੇ ਉੱਤੇ ਹੋਰ ਕਿਹੜਾ ਲੱਗਣਾ ਸੀ ਜੋ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਜਸਟਿਸ ਰਣਜੀਤ ਸਿੰਘ ਨੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਉਹ ਤਾਂ ਬੜੇ ਲੰਬੇ ਸਮੇਂ ਤੋਂ ਬੈਠੇ ਰਹੇ, ਉਹ ਵੀ ਰਾਹ ਰੋਕ ਕੇ ਬੈਠੇ ਰਹੇ, ਤੇ ਉਹਨਾਂ ਦੇ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ? ਉਹ ਕਹਿੰਦੇ ਸਾਨੂੰ ਸਰਕਾਰ ਦਾ ਹੁਕਮ ਸੀ ਕਿ ਐਕਸ਼ਨ ਨਹੀਂ। ਜੋ ਬੇਅਦਬੀ ਦਾ ਕਾਂਡ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਾਈਬਲ ਕਲਾਂ ਦੀ ਫਾਇਰਿੰਗ, ਉਹਦਾ ਮੁੱਦਾ ਹੁਣ ਅੱਜ ਕੱਲ੍ਹ ਬੜਾ ਗਰਮਾਇਆ ਹੋਇਆ, ਕਿਉਂਕਿ ਹਾਈ ਕੋਰਟ ਦੀ ਜੋ ਜੱਜਮੈਂਟ ਆਈ ਹੈ ਉਸ ਦੇ ਕਰਕੇ। ਤੇ ਉਸ ਦੇ ਵਿੱਚ ਕਈ ਡਿਵੈਲਪਮੈਂਟਸ ਵੀ ਹੋ ਰਹੀਆਂ। ਪਹਿਲਾਂ ਉਮੀਦ ਸੀਗੀ ਕਿ ਜੱਜਮੈਂਟ ਜਿਹੜੀ ਹੈ ਉਹ ਕੱਲ੍ਹ ਨੂੰ ਉਹਦੀ ਕਾਪੀ ਲੋਡ ਹੋ ਜਾਏਗੀ ਵੈਬਸਾਈਟ ਦੇ ਉੱਤੇ। ਕੱਲ੍ਹ ਸੰਡੇ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਵੈਬਸਾਈਟ 'ਤੇ ਲੋਡ ਹੋ ਜਾਏਗੀ, ਤੇ ਉਸ ਦੀ ਉਮੀਦ ਕਰਦੇ ਸੀ, ਪਰ ਉਹ ਜੱਜਮੈਂਟ ਦੀ ਕਾਪੀ ਅੱਜ ਨਹੀਂ ਆਈ। ਅੱਜ ਮੈਨੂੰ ਪੂਰੀ ਉਮੀਦ ਆ ਕਿ ਅੱਜ ਉਹ ਜੱਜਮੈਂਟ ਦੀ ਕਾਪੀ ਆ ਜਾਏਗੀ। ਪੂਰਾ ਤਾਂ ਦੇਖੋ ਉਦੋਂ ਪਤਾ ਚੱਲੂਗਾ ਜਦੋਂ ਜੱਜਮੈਂਟ ਦੀ ਕਾਪੀ ਆਊਗੀ। ਪਰ ਹੁਣ ਇਹ ਗੱਲ ਇਹ ਆ ਕਿ ਮੈਨੂੰ ਬੜੇ ਲੋਕਾਂ ਦੇ ਫੋਨ ਆ ਰਹੇ ਆ, ਬੜੇ ਕਾਂਗਰਸ ਲੀਡਰਾਂ ਦੇ ਵੀ ਆ ਰਹੇ ਆ ਕਿ ਗੱਲ ਹੁਣ ਇਹ ਆ ਕਿ ਹੁਣ ਆਪਾਂ ਇਸ ਹਾਲਤ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਕੀ ਕਰਨਾ ਚਾਹੀਦਾ। ਮੈਂ ਦੇਖੋ ਜਿਹੜੀਆਂ ਇਹ ਵੀਡੀਓ ਪਾ ਰਿਹਾ ਜਾਂ ਮੈਂ ਚਿੱਠੀਆਂ ਲਿਖ ਰਿਹਾ, ਜੋ ਮੈਂ ਕਦਮ ਚੁੱਕ ਰਿਹਾ ਇਹਨਾਂ ਦਿਨਾਂ ਦੇ ਵਿੱਚ, ਉਹਦਾ ਸਿਰਫ ਮਤਲਬ ਇਹ ਆ ਕਿ ਇਸ ਟਾਈਮ ਦੇ ਉੱਤੇ ਕੀ ਕੀਤਾ ਜਾ ਸਕਦਾ, ਹੁਣ ਆਪਾਂ ਕੀ ਕਰ ਸਕਦੇ ਹਾਂ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਹੋਵੇ। ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਪਿੱਛੇ ਜੋ ਕਾਂਗਰਸ ਨੇ ਕੀਤਾ ਉਹ ਕਾਂਗਰਸ ਨੂੰ ਗਾਲਾਂ ਕੱਢਦੀਆਂ ਜਾਂ ਕਾਂਗਰਸ ਨੂੰ ਹੀ ਬਲੇਮ ਕਰਕੇ ਉੱਥੇ ਹੀ ਕੰਮ ਛੱਡ ਦੇਣਾ। ਸਿਰਫ ਉਹ ਨਹੀਂ, ਠੀਕ ਹੈ, ਬਲੇਮ ਤਾਂ ਉਹਨਾਂ 'ਤੇ ਬਣਦਾ ਹੀ ਬਣਦਾ ਤਾਂ ਕਿ ਉਹਨਾਂ ਨੇ ਪੂਰਾ ਨਹੀਂ ਕੀਤਾ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਹੁਣ ਇਸ ਟਾਈਮ ਅੱਗੇ ਕੀ ਹੋ ਸਕਦਾ, ਅੱਗੇ ਉਹ ਕੀ ਕਰ ਸਕਦੇ ਆ। ਮੈਂ ਦੇਖੋ ਪੋਲੀਟਿਕਸ 'ਚ ਨਹੀਂ ਆ, ਮੈਂ ਇਸ ਕਰਕੇ ਇੱਕ ਪੋਲੀਟੀਸ਼ੀਅਨ ਵਾਂਗੂ ਇੱਥੇ ਕੰਮ ਖਤਮ ਨਹੀਂ ਕਰਨਾ ਕਿ ਇਹ ਤਾਂ ਕਾਂਗਰਸ ਨੇ ਕੁਛ ਕੀਤਾ ਨਹੀਂ, ਅੱਗੇ ਤੋਂ ਨਹੀਂ ਕੁਛ ਕਰਨਾ, ਨਹੀਂ। ਮੇਰਾ ਕੰਮ ਆ ਕਿ ਅੱਜ ਇਸ ਟਾਈਮ ਦੇ ਉੱਤੇ ਵੀ ਕੀ ਹੋ ਸਕਦਾ, ਆਪਣੇ ਜੋ ਜਿੰਨੀ ਕੁ ਮੈਨੂੰ ਨੌਲੇਜ ਆ ਉਹਦੇ ਮੁਤਾਬਕ, ਆਪਣੀ ਸੂਝ ਦੇ ਮੁਤਾਬਕ ਜੋ ਮੈਂ ਸੋਚਦਾ ਮੈਂ ਉਹਨਾਂ ਨੂੰ ਦੱਸ ਸਕਦਾ। ਬਾਕੀ ਜੋ ਕਰਨਾ ਉਹ ਸਰਕਾਰ ਨੇ ਜਾਂ ਕਾਂਗਰਸ ਦੇ ਲੀਡਰਾਂ ਨੇ ਕਰਨਾ। ਤਾਂ ਇਸ ਕਰਕੇ ਮੈਂ ਜੋ ਇਹ 2-3 ਦਿਨ ਤੋਂ ਮੈਂ ਕਦਮ ਲੈ ਰਿਹਾ, ਮੈਂ ਉਹ ਲੈ ਰਿਹਾ ਕਾਂਗਰਸ ਲੀਡਰਾਂ ਨੂੰ ਮੈਂ ਦੱਸ ਰਿਹਾ ਕਿ ਇਸ ਸਟੇਜ ਤੇ ਵੀ ਤੁਸੀਂ ਕੀ ਕਰ ਸਕਦੇ ਹੋ ਕਿ ਅਜੇ ਵੀ ਤੁਹਾਡੇ ਕੋਲੇ 8-9 ਮਹੀਨੇ ਪਏ ਆ। ਇਹ 8-9 ਮਹੀਨਿਆਂ ਦੇ ਵਿੱਚ ਜੋ ਅਜੇ ਵੀ ਇਸ ਨੂੰ ਤੁਸੀਂ ਸਾਂਭ ਸਕਦੇ ਹੋ, ਚਾਹੇ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਪਰ ਅਜੇ ਵੀ ਕੁਛ ਨਾ ਕੁਛ ਹੋ ਸਕਦਾ, ਉਹ ਉਮੀਦ ਆ। ਇਹ ਜਿੰਨੀਆਂ ਵੀ ਮੈਂ ਇਹ ਕਾਰਵਾਈ ਕਰ ਰਿਹਾ, ਚਿੱਠੀਆਂ ਲਿਖ ਰਿਹਾ ਜਾਂ ਵੀਡੀਓ ਪਾ ਰਿਹਾ, ਇਸ ਦਾ ਮਕਸਦ ਸਿਰਫ ਇਹ ਆ। ਮੇਰਾ ਕੋਈ ਮਕਸਦ ਕਿਸੇ ਪੋਲੀਟੀਕਲ ਪਾਰਟੀ ਦਾ ਫਾਇਦਾ ਕਰਨਾ ਨਹੀਂ, ਮੇਰਾ ਮਕਸਦ ਕਿਸੇ ਪੋਲੀਟੀਕਲ ਪਾਰਟੀ ਦਾ ਨੁਕਸਾਨ ਕਰਨਾ ਨਹੀਂ, ਮੇਰਾ ਮਕਸਦ ਹੈ ਆਪਣੇ ਮੁੱਦੇ ਤੇ ਰਹਿਣਾ। ਮੇਰਾ ਮੁੱਦਾ ਹੈ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ। ਤੇ ਮੈਨੂੰ ਕਈਆਂ ਲੋਕਾਂ ਨੇ ਕਿਹਾ ਕਿ ਬੜੀ ਦੇਰ ਮਗਰੋਂ ਤੁਸੀਂ ਬੋਲੇ ਹੋ। ਦੇਖੋ, ਮੈਂ ਪੋਲੀਟਿਕਸ ਛੱਡਤੀ, ਮੈਂ ਪੋਲੀਟੀਕਲ ਜਿੰਨੇ ਵੀ ਮੁੱਦੇ ਆ ਉਹਨਾਂ 'ਤੇ ਕਦੇ ਨਹੀਂ ਬੋਲਦਾ। ਮੇਰੇ ਹੁਣ ਇਸ ਟਾਈਮ ਜਿਹੜੇ ਮੈਂ ਆਪਣੇ ਜਿਨ੍ਹਾਂ 'ਤੇ 3 ਮੁੱਦਿਆਂ 'ਤੇ ਮੈਂ ਕੰਮ ਕਰ ਰਿਹਾ, ਆਪਣੇ 3 ਮੁੱਦਿਆਂ 'ਤੇ ਕੰਮ ਕਰ ਰਿਹਾ। ਪਹਿਲਾ ਮੁੱਦਾ 1984 ਦੇ ਕਤਲੇਆਮ ਦੇ ਕੇਸ, ਦੂਜਾ ਮੁੱਦਾ ਜਿਹੜਾ ਇਹ ਸਾਡੇ ਗੁਰਦੁਆਰਿਆਂ ਨੂੰ ਸਿਆਸਤ ਤੋਂ ਬਾਹਰ ਕੱਢਣਾ, ਗੁਰਦੁਆਰਿਆਂ ਦਾ ਪ੍ਰਬੰਧ ਧਾਰਮਿਕ ਲੋਕਾਂ ਦੇ ਹੱਥਾਂ 'ਚ ਦੇਣਾ, ਉਹਦੇ ਲਈ ਮੈਂ ਜੋ ਕਰ ਸਕਦਾ। ਤੀਜਾ ਇਹ ਮੁੱਦਾ ਜੋ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ। तो इन्हां तिन्नां मुद्दਿਆਂ ਦੇ ਉੱਤੇ ਜਦੋਂ ਕੋਈ ਵੀ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਆ ਤੇ ਮੈਂ ਉਦੋਂ ਹੀ ਆ ਕੇ ਬੋਲਦਾ। ਬਾਕੀ ਮੈਂ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਦਿੰਦਾ ਤੇ ਨਾ ਹੀ ਮੈਂ ਦੇਣੀ ਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ, ਮੈਂ ਅੱਜ ਫਿਰ ਰਿਪੀਟ ਕਰਦਾ, ਮੈਂ 2022 ਦੇ ਅਸੈਂਬਲੀ ਦੇ ਇਲੈਕਸ਼ਨ ਲੜਨ ਦਾ ਮੇਰਾ ਬਿਲਕੁਲ ਕੋਈ ਇਰਾਦਾ ਨਹੀਂ। ਇਸ ਕਰਕੇ ਕਿਸੇ ਪਾਰਟੀ ਨੂੰ ਨੁਕਸਾਨ ਜਾਂ ਕਿਸੇ ਪਾਰਟੀ ਦਾ ਫਾਇਦਾ ਇਹ ਮੇਰਾ ਬਿਲਕੁਲ ਇਰਾਦਾ ਨਹੀਂ ਤੇ ਨਾ ਹੀ ਮੈਂ HEPC ਦੇ ਇਲੈਕਸ਼ਨ ਲੜਨੇ ਆ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਮੈਂ ਅੱਜ ਫਿਰ ਇਹੀ ਗੱਲ ਅਨਾਉਂਸ ਕਰ ਰਿਹਾ। ਹੁਣ ਗੱਲ ਇੱਥੇ ਆਉਂਦੀ ਆ ਕਿ ਜੋ ਇਸ ਮੌਕੇ ਦੇ ਉੱਤੇ ਕੀ ਹੋ ਸਕਦਾ ਉਹਦੇ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਜੋ ਕਮਿਸ਼ਨ ਆ ਇਹਦੇ ਵਿੱਚ ਖੁਲਾਸੇ ਪੂਰੇ ਕੀਤੇ ਪਏ ਆ ਕਿ ਪੂਰੇ ਖੁਲਾਸੇ ਕੀਤੇ ਪਏ ਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਜੋ ਉਹ ਇਹਦਾ ਬੇਸ ਆ, ਇਹ ਸਾਰੇ ਤੱਤ ਉਹਦੇ 'ਚ ਕੱਢ ਕੇ ਰੱਖੇ ਪਏ ਆ ਜਸਟਿਸ ਰਣਜੀਤ ਸਿੰਘ ਨੇ। ਔਰ ਤੇ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਇੱਕ ਇਹ ਵੀ ਵਿੱਚ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ 12 ਤਰੀਕ ਨੂੰ ਬੇਅਦਬੀ ਹੋਈ, ਜਦੋਂ ਗੁਰੂ ਮਹਾਰਾਜ ਦੇ ਅੰਗ ਜਾ ਕੇ ਰੋੜੇ ਗਏ। 12 ਸ਼ਾਮ ਤੋਂ ਧਰਨਾ ਸ਼ੁਰੂ ਹੋਇਆ ਤੇ 14 ਨੂੰ ਸਵੇਰੇ ਇੱਕ ਦਿਨ ਦੇ ਬਾਅਦ ਹੀ, ਮਤਲਬ ਕਿ 13 ਦਾ ਦਿਨ ਇੱਕੋ ਲੱਗਿਆ ਸੀ ਨਾ, ਵੀ ਇੱਕ ਦਿਨ ਦੇ ਵਿੱਚ ਹੀ ਉਹਨਾਂ ਨੇ ਚੁੱਕ ਕੇ ਇਹਨਾਂ ਦੇ ਉੱਤੇ ਕਾਰਵਾਈ ਕਰਤੀ। ਜਦੋਂ ਕਿ ਜੋ ਇੱਕ ਡੇਰਾ ਜਿਹੜੇ ਡੇਰੇ ਵਾਲਿਆਂ ਦੀ ਇੱਕ ਪਿਕਚਰ ਆਉਣੀ ਸੀ MHE, ਉਹ ਪਿਕਚਰ ਦੇ ਕਰਕੇ ਡੇਰੇ ਵਾਲਿਆਂ ਨੇ ਧਰਨੇ ਦੇ ਉੱਤੇ ਵੀ ਸੀ, ਰਸਤੇ ਰੁਕੇ ਸੀ, ਸੜਕਾਂ ਰੁਕੀਆਂ ਸੀ। ਉਹ ਬੜੇ ਲੰਬੇ ਸਮੇਂ ਤੇ ਉਹ ਉੱਥੇ ਬੈਠੇ ਰਹੇ ਤੇ ਜਦੋਂ ਇਹਨਾਂ ਨੇ ਜਸਟਿਸ ਰਣਜੀਤ ਸਿੰਘ ਨੇ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਉਹ ਤਾਂ ਬੜੇ ਲੰਬੇ ਸਮੇਂ ਤੋਂ ਬੈਠੇ ਰਹੇ, ਉਹ ਵੀ ਰਾਹ ਰੋਕ ਕੇ ਬੈਠੇ ਰਹੇ ਤੇ ਉਹਨਾਂ ਦੇ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ? ਉਹ ਕਹਿੰਦੇ ਸਾਨੂੰ ਸਰਕਾਰ ਦਾ ਹੁਕਮ ਸੀ ਕਿ ਐਕਸ਼ਨ ਨਹੀਂ ਲੈਣਾ। ਇਹ ਪੁਲਿਸ ਵਾਲਿਆਂ ਨੇ ਬਿਆਨ ਦਿੱਤੇ। ਤਾਂ ਉੱਥੇ ਸਰਦਾਰ ਦਾ ਹੁਕਮ ਸੀ ਕਿ ਡੇਰੇ ਵਾਲਿਆਂ ਦੇ ਖਿਲਾਫ ਐਕਸ਼ਨ ਨਹੀਂ ਲੈਣਾ, ਚਾਹੇ ਉਹ ਸੜਕਾਂ ਰੋਕ ਕੇ ਬੈਠੇ ਰਹਿਣ। ਇੱਥੇ ਸਰਕਾਰ ਦਾ ਹੁਕਮ ਸੀ ਕਿ ਇੱਕ ਦਿਨ ਹੋ ਗਿਆ ਇਹਨਾਂ ਨੂੰ ਧਰਨਾ ਦਿੱਤੇ ਤੇ ਹੁਣ ਰਾਤੇ ਰਾਤ ਧਰਨਾ ਚੁੱਕ ਦਿਓ, ਜਿਹੜੀ 13 ਰਾਤ ਨੂੰ ਤੇ ਜਿਹੜੇ 14 ਨੂੰ ਸਵੇਰੇ ਇਹ ਐਕਸ਼ਨ ਹੋਇਆ ਕਿ ਇਹ ਧਰਨਾ ਚੁੱਕ ਦਿਓ। ਇੱਥੇ ਉਹ ਐਕਸ਼ਨ ਸੀ, ਉਹ ਵੀ ਮੁੱਖ ਮੰਤਰੀ ਖੁਦ ਉਸ ਨੂੰ ਸੁਪਰਵਾਈਜ਼ ਕਰ ਰਿਹਾ ਸੀ ਜੋ ਹੋਇਆ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜੋ ਹਨ ਇਹ ਫੈਕਟ ਆ ਜੋ ਕਿ ਕੋਈ ਮਨਾ ਨਹੀਂ ਕਰ ਸਕਦਾ। ਇਹ ਸਾਰੇ ਲੋਕਾਂ ਨੂੰ ਪਤਾ। ਉਹ ਜਿਹੜੇ ਡੇਰੇ ਵਾਲਿਆਂ ਨੇ ਰਸਤੇ ਬੰਦ ਕੀਤੇ ਸੀ, ਕਿੰਨੀ ਦੇਰ ਬੰਦ ਕਰਕੇ ਰੱਖੇ। ਇਹ ਜੋ ਅਕਾਲੀ ਸਰਕਾਰ, ਜੋ ਬਾਦਲਾਂ ਦੀ ਸਰਕਾਰ ਨੇ ਕੋਈ ਐਕਸ਼ਨ ਉਹਨਾਂ ਤੇ ਨਹੀਂ ਲਿਆ। ਜਿਵੇਂ ਕਿ ਮਤਲਬ ਕਿ ਉਸ ਟਾਈਮ ਸਰਕਾਰ ਰਾਮ ਰਹੀਮ ਰਨ ਕਰ ਰਿਹਾ, ਨਾ ਕਿ ਪ੍ਰਕਾਸ਼ ਸਿੰਘ ਬਾਦਲ ਰਨ ਕਰ ਰਿਹਾ। ਇਸ ਤਰ੍ਹਾਂ ਦੀ ਹਾਲਤ ਮਤਲਬ ਕਿ ਅਸੀਂ ਆਪਣੇ ਪੰਜਾਬ ਵਿੱਚ ਦੇਖੀ ਆ, ਜਿਹਨੂੰ ਅਸੀਂ ਗੁਰੂਆਂ ਦਾ ਪੰਜਾਬ ਕਹਿੰਦੇ ਆ। ਉੱਥੇ ਰਾਮ ਰਹੀਮ ਦੀ ਚੱਲਦੀ ਆ, ਨਾ ਕਿ ਬਲਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਉਹ ਚਾਹੇ ਬੇਅਦਬੀਆਂ ਕਰਨ ਚਾਹੇ ਜੋ ਮਰਜ਼ੀ ਕਰਨ। ਇੱਕ ਜਿਹੜੀ ਅੱਗੇ ਹੋਰ ਬਹੁਤ ਵੱਡੀ ਗੱਲ ਜਿਹੜੀ ਹੈ, ਇਹ ਤਾਂ ਮੈਂ ਤੁਹਾਨੂੰ ਦੱਸਦਾ, ਇਹ ਜਿਹੜੇ ਤੱਤ ਪੂਰੇ ਨੇ ਇੱਥੇ ਪਏ ਨੇ। ਇੱਕ ਜਿਹੜੀ ਗੱਲ ਹੋਰ ਬਹੁਤ ਵੱਡੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਆਉਂਦੀ ਆ, ਜਿਹੜੀ ਕਿ ਹੁਣ ਵੀ ਅਜੇ ਵੀ ਉਹ ਤੱਤਾਂ ਨੂੰ ਕੋਈ ਵੀ ਉਹਦੇ ਤੇ ਕਿੰਤੂ ਪਰੰਤੂ ਨਹੀਂ ਹੈ ਤੇ ਉਹ ਤੱਤ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੀ ਇਨਵੈਸਟੀਗੇਸ਼ਨ ਟੀਮ ਜੋ ਵੀ ਹੋਵੇ, ਉਹ ਜੇ ਉਹਨਾਂ ਨੂੰ ਲੈ ਕੇ ਚੱਲੇ ਤਾਂ ਉਹ ਦੋਸ਼ੀਆਂ ਦੇ ਤੱਕ ਬਿਲਕੁਲ ਪਹੁੰਚ ਸਕਦੀ ਹੈ। ਉਹ ਕਿ ਜਦੋਂ ਗੁਰੂ ਸਾਹਿਬ ਦੇ ਇਹਨਾਂ ਨੇ ਬੇਅਦਬੀ ਕੀਤੀ, ਜਦੋਂ ਗੁਰੂ ਸਾਹਿਬ ਦੇ 12 ਅਕਤੂਬਰ ਦੀ ਗੱਲ ਆ, ਗੁਰੂ ਸਾਹਿਬ ਦੇ ਅੰਗ ਉਹ ਰਾਮ ਰਹੀਮ ਦੇ ਚੇਲਿਆਂ ਨੇ ਜਾ ਕੇ ਉੱਥੇ ਰੋਲੇ। ਉਸ ਤੋਂ ਮਗਰੋਂ ਜੇ ਇਹ ਸਰਕਾਰ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਸੀ, ਭਲੀ ਭਾਂਤੀ ਸਰਕਾਰ ਨੂੰ ਪਤਾ ਸੀ ਕਿ ਕਿਸ ਨੇ ਕੀਤਾ, ਕਿਉਂਕਿ ਜਿੰਨੇ ਵੀ ਸੀਕੁਐਂਸ ਨੇ ਸਾਰੇ ਇਹ ਦਿਖਾ ਰਹੇ ਆ। ਤੁਸੀਂ ਇੱਕ ਦੇਖੋ, ਇਤਿਹਾਸ ਵਿੱਚ ਪਹਿਲੀ ਵਾਰੀ ਇਹ ਚੀਜ਼ ਹੋਈ ਆ ਕਿ ਇਸ ਤਰ੍ਹਾਂ ਦੇ ਕਰਕੇ ਜੇਕਰ ਇਹ ਸਾਡੇ ਗੁਰੂ ਦੀ ਬੇਅਦਬੀ ਕੀਤੀ ਜਾਵੇ, ਇਸ ਤਰ੍ਹਾਂ ਕਰਕੇ ਗੁਰੂ ਦੇ ਨਾਲ ਇਹ ਅੰਗ ਇਸ ਤਰ੍ਹਾਂ ਕਰਕੇ ਰੋਲੇ ਜਾਣ। ਤੇ ਉਸ ਤੋਂ ਮਗਰੋਂ ਉਸ ਟਾਈਮ ਵੇਲੇ ਦੀ ਸਰਕਾਰ, ਜੋ ਉਸ ਵੇਲੇ ਦੀ ਬਾਦਲ ਸਰਕਾਰ ਨੇ ਕੀ ਕੀਤਾ, ਉਹਨਾਂ ਦਾ ਪੂਰਾ ਪਲਾਨ ਸੀ ਜੋ ਸਿੱਖ ਪ੍ਰਚਾਰਕ ਆ ਉਹਨਾਂ ਦੇ ਉੱਪਰ ਹੀ ਪਾ ਦਿਓ। ਜੋ ਨਾਮੀ ਕਰਾਮੀ ਸਿੱਖ ਪ੍ਰਚਾਰਕ ਆ ਉਹਨਾਂ ਤੇ ਪਾ ਦਿਓ। ਜੇਕਰ ਇਹ ਆਪਣੀ ਇਸ ਵਿੱਚ ਇਹ ਸਾਜ਼ਿਸ਼ ਦੇ ਵਿੱਚੋਂ ਕਾਮਯਾਬ ਹੋ ਜਾਂਦੇ, ਇਤਿਹਾਸ ਦੇ ਵਿੱਚ ਚਲੇ ਜਾਣਾ ਸੀ, ਸਾਰੀਆਂ ਪੀੜ੍ਹੀਆਂ 'ਚ ਚਲੇ ਜਾਣਾ ਸੀ ਕਿ ਇਹ ਤਾਂ ਸਿੱਖ ਆਪਣੇ ਗੁਰੂ ਦੀ ਬੇਅਦਬੀ ਖੁਦ ਹੀ ਕਰਵਾਉਂਦੇ ਆ। ਇਹ ਤਾਂ ਸਿੱਖ
ਆਪਣੇ ਗੁਰੂ ਦੇ ਅੰਗ ਪਾੜ ਕੇ ਖੁਦ ਹੀ ਉਹਨਾਂ ਨੂੰ ਰੂੜੀਆਂ ਤੇ ਰੋਲਦੇ ਆ। ਇਦੋਂ ਵੱਡੀ ਸ਼ਰਮ ਦੀ ਤੇ ਇਦੋਂ ਵੱਡਾ ਦਾਗ ਸਾਡੀ ਪੀੜ੍ਹੀ ਦੇ ਉੱਤੇ ਹੋਰ ਕਿਹੜਾ ਲੱਗਣਾ ਸੀ, ਜੋ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਇਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਪੰਥਪ੍ਰੀਤ ਤੇ, ਢੱਡਰੀਆਂ ਵਾਲਿਆਂ ਤੇ ਮਾਝੀ ਤੇ ਉਹਨਾਂ ਦੇ ਨਾਮ ਲੈ ਦਿਓ, ਉਹਨਾਂ ਦੇ ਉੱਪਰ ਸਾਰਾ ਕੇਸ ਪਾ ਦਿਓ। ਇਹਨਾਂ ਨੇ ਉਹ 2 ਮੁੰਡੇ ਰੁਪਿੰਦਰ ਹੋਰੀ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ, 20 ਅਕਤੂਬਰ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ। ਪੂਰਾ ਇਹ ਫਲਾਤਾ ਜੀ ਇਹਨਾਂ ਨੂੰ ਬਾਹਰੋਂ ਪੈਸਾ ਆਇਆ, ਪੂਰੀ ਦੀ ਪੂਰੀ। ਤੁਸੀਂ ਉਹ 20 ਤਰੀਕ ਤੋਂ ਲੈ ਕੇ 21-22 ਦੇ ਅਖਬਾਰ ਚੁੱਕ ਲਓ, ਪੂਰੀ ਸਰਕਾਰ ਦਾ ਜ਼ੋਰ ਲੱਗਿਆ ਸੀ ਕਿ ਇਹਨਾਂ ਨੂੰ ਬਾਹਰੋਂ ਪੈਸੇ ਆਇਆ, ਇਹਨਾਂ ਨੇ ਕੀਤਾ। ਮੈਂ ਉੱਥੇ 23 ਅਕਤੂਬਰ ਨੂੰ ਮੈਂ ਉੱਥੇ ਪਹੁੰਚਿਆ। 23 ਅਕਤੂਬਰ ਨੂੰ ਪਹਿਲਾਂ ਮੈਂ ਉਹਨਾਂ ਦੇ ਪਿੰਡ ਗਿਆ, ਉਹਨਾਂ ਮੁੰਡਿਆਂ ਦੇ ਪਿੰਡ ਜਾ ਕੇ ਪਿੰਡ ਵਾਲਾ ਤੋਂ ਪੁੱਛਿਆ ਵੀ ਤੁਸੀਂ ਦੱਸੋ ਕਿ ਮੁੰਡੇ ਕਹੇ ਜਿਹੇ ਨੇ, ਕੀ ਐਸਾ ਘਿਨੌਣਾ ਕੰਮ ਕਰ ਸਕਦੇ ਆ? ਉਹ ਪੰਚਾਇਤ ਵਾਲਿਆਂ ਨੇ ਇਕੱਠੇ ਹੋ ਕੇ ਮੈਨੂੰ ਕਿਹਾ ਬਿਲਕੁਲ ਨਹੀਂ ਕਰ ਸਕਦੇ ਫੁਲਕਾ ਸਾਹਿਬ, ਮੁੰਡੇ ਬੜੇ ਵਧੀਆ ਨੇ, ਇਹ ਤਾਂ ਗੁਰੂ ਨੂੰ ਮੰਨਣ ਵਾਲੇ ਆ। ਉਸੇ ਟਾਈਮ ਉੱਥੇ ਮੀਡੀਆ ਵਾਲੇ ਨੂੰ ਮੈਂ ਅਨਾਉਂਸ ਕਰਤਾ ਕਿ ਮੈਂ ਇਹਨਾਂ ਦੇ ਕੇਸ ਲਵਾਂਗਾ। ਤੇ 23 ਨੂੰ ਮੈਂ ਜਾ ਕੇ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਂ ਉਸੇ ਟਾਈਮ ਕੋਰਟ ਵਿੱਚ, ਫਰੀਦਕੋਟ ਕੋਰਟ ਦੇ ਵਿੱਚ ਕਿਸੇ ਨੂੰ ਨਹੀਂ ਜਾਂਦਾ। ਮੈਂ ਉੱਥੇ ਪਹੁੰਚਿਆ, ਮੇਰੇ ਇੱਕ ਪੁਰਾਣੇ ਕਲਾਸਮੇਟ ਸੀ ਲਖਵਿੰਦਰ, ਉਹਨਾਂ ਕੋਲੇ ਮੈਂ ਗਿਆ। ਉਹਨਾਂ ਨੇ ਬਾਰ ਦੇ ਪ੍ਰੈਜ਼ੀਡੈਂਟ ਨੂੰ ਬੁਲਾ ਲਿਆ, ਨਾਲ ਉਹ ਬਾਰ ਦੇ ਸੈਕਟਰੀ ਸੀ ਸਤਕਰਤਾਰ ਸਿੱਖੋਂ, ਉਹਨਾਂ ਨੂੰ ਬੁਲਾ ਲਿਆ। ਉਹਨਾਂ ਨੂੰ ਬੁਲਾ ਕੇ ਮੈਂ ਕਿਹਾ ਕਿ ਇੱਕ ਇਮੀਡੀਏਟਲੀ ਇਹਨਾਂ ਵੱਲੋਂ ਐਪਲੀਕੇਸ਼ਨ ਪਾਈ ਜਾਏ। ਭਾਈ ਪੰਥਪ੍ਰੀਤ ਹੋਰਾਂ ਨੂੰ ਮੈਂ ਕਿਹਾ ਕਿ ਇਹਦੇ ਜਿਹੜੇ ਰੁਪਿੰਦਰ ਹੋਰਾਂ ਦੇ ਫਾਦਰ ਨੂੰ ਤੁਸੀਂ ਜਲਦੀ ਤੋਂ ਜਲਦੀ ਕੋਰਟ ਭੇਜ ਦਿਓ। ਉਹਨਾਂ ਨੇ ਇੰਤਜ਼ਾਮ ਕੀਤਾ, ਉਹਨਾਂ ਨੂੰ ਕੋਰਟ ਭੇਜਿਆ। ਕੋਰਟ ਬਣਾ ਕੇ ਉਹਨਾਂ ਨੂੰ ਅਸੀਂ ਦਰਖਾਸਤ ਦਿੱਤੀ। ਜਦੋਂ ਦਰਖਾਸਤ ਦਿੱਤੀ ਤਾਂ ਉਸ ਟਾਈਮ ਆਲਰੇਡੀ ਲੇਟ ਹੋ ਗਿਆ ਸੀ। ਤੇ ਜਦੋਂ ਅਸੀਂ ਸੈਸ਼ਨ ਜੱਜ ਦੇ ਕੋਲੇ ਜਾ ਕੇ ਮੈਂਸ਼ਨ ਕੀਤਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਇਹ ਕੇਸ ਟੇਕਅਪ ਕੀਤਾ ਜਾਊਗਾ। ਤੇ ਉਹ ਕੁਲਦੀਪ ਸਿੰਘ ਸੈਸ਼ਨ ਜੱਜ ਸੀਗੇ ਉੱਥੇ, ਉਹਨਾਂ ਦੀ ਵੀ ਜ਼ਰੂਰਤ ਦੇਖੋ। ਉਹਨਾਂ ਨੇ ਡਿਊਟੀ ਮੈਜਿਸਟ੍ਰੇਟ ਜੋ ਉੱਠ ਕੇ ਚਲੀ ਗਈ ਸੀ ਤੇ ਡਿਊਟੀ ਮੈਜਿਸਟ੍ਰੇਟ ਨੂੰ ਕਿਹਾ ਤੂੰ ਵਾਪਸ ਆ ਕੇ ਇਹ ਕੇਸ ਦੀ ਸੁਣਵਾਈ ਕਰ, ਇਹ ਕੇਸ ਦੀ ਸੁਣਵਾਈ ਅੱਜ ਹੀ ਹੋਣੀ ਚਾਹੀਦੀ ਹੈ। ਕਿ ਉਹਨਾਂ ਡਿਊਟੀ ਮੈਜਿਸਟ੍ਰੇਟ ਨੂੰ ਵਾਪਸ ਬੁਲਾਇਆ, ਵਾਪਸ ਬੁਲਾ ਕੇ ਉਹ ਕੇਸ ਦੀ ਸੁਣਵਾਈ ਕੀਤੀ। ਜਾ ਕੇ 7 ਵਜੇ ਸਾਨੂੰ ਆਰਡਰ ਮਿਲਿਆ ਉਹਨਾਂ ਦੇ ਨਾਲ ਮੁਲਾਕਾਤ ਦਾ। ਰਾਤ ਨੂੰ 11 ਵਜੇ ਜਾ ਕੇ ਉਹਨਾਂ ਦੇ ਮਾਪਿਆਂ ਦੀ ਇਹਨਾਂ ਦੇ ਨਾਲ ਮੁਲਾਕਾਤ ਕਰਵਾਈ। ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਮੁੰਡੇ ਹਨ ਕਿੱਥੇ। ਉਹਨਾਂ ਨੂੰ ਕੁੱਟ ਕੇ ਇਹਨਾਂ ਨੇ ਤਸੀਹੇ ਦੇ ਕੇ ਇੱਕ ਅੱਧਾ ਦਿਨ ਹੋਰ ਨਿਕਲ ਜਾਂਦਾ ਤੇ ਇਹਨਾਂ ਨੇ ਉਹਦਾ ਤੋਂ ਦਸਤਖਤ ਕਰਾ ਰਹੇ ਸੀ, ਜੋ ਮਰਜ਼ੀ ਕਹਾ ਜਾਂਦੇ। ਜਦੋਂ ਰਾਤ ਨੂੰ ਉੱਥੇ ਉਹਦਾ ਦੇ ਮਾਪੇ ਪਹੁੰਚੇ, ਉਹਨਾਂ ਨੇ ਜਾ ਕੇ ਕਿਹਾ ਤੁਸੀਂ ਫਿਕਰ ਨਾ ਕਰੋ, ਪਰਵਾਹ ਨਾ ਕਰੋ, ਫੁਲਕਾ ਸਾਹਿਬ ਆ ਗਿਆ, ਵਕੀਲਾਂ ਦੀ ਪੂਰੀ ਟੀਮ ਆ ਗਈ, ਤੁਹਾਡੇ ਨਾਲ ਆ, ਇਹ ਤੁਸੀਂ ਹੌਸਲਾ ਰੱਖੋ। ਉਹ ਮੁੰਡਿਆਂ ਦਾ ਹੌਸਲਾ ਇੰਨਾ ਵਧਿਆ। ਅਗਲੇ ਦਿਨ ਫਿਰ ਅਸੀਂ, ਕਿਉਂਕਿ ਉਹਦੇ ਰੀੜ੍ਹ ਦੇ ਵਿੱਚ ਸੱਟ ਲੱਗੀ ਵੀ ਸੀ, ਅਗਲੇ ਦਿਨ ਉਹਦਾ ਅਨਾਜ ਦਾ ਵੀ ਇੰਤਜ਼ਾਮ ਕਰਵਾਇਆ। ਉਦੋਂ ਤੱਕ ਤਾਂ ਕੋਈ ਇਲਾਜ ਨਹੀਂ ਸੀ ਕਰ ਰਹੇ। ਦੇਖੋ, ਇਹ ਵਾਹਿਗੁਰੂ ਦੀ ਐਸੀ ਮਿਹਰ ਰਹੀ ਕਿ ਇਹਦੇ ਕਰਕੇ ਇਹ ਬਚ ਗਿਆ, ਇਹਦੇ ਕਰਕੇ ਇਹ ਬਚ ਗਿਆ। ਤੇ ਮੈਂ ਨਹੀਂ ਤਾਂ ਐਸਾ ਦਾਗ ਇਹ ਸਾਡੀ ਪੀੜ੍ਹੀ ਦੇ ਉੱਤੇ ਲੱਗਣਾ ਸੀ, ਐਸਾ ਦਾਗ ਸਾਡੀ ਪੀੜ੍ਹੀ ਤੇ ਲੱਗਣਾ ਸੀ। ਜਦੋਂ ਮੈਂ ਵਿਧਾਨ ਸਭਾ 'ਚ ਵੀ ਰਣਜੀਤ ਸਿੰਘ ਦੀ ਕਮੇਟੀ ਉੱਤੇ ਬਹਿਸ ਹੋ ਕੇ ਜਦੋਂ ਮੈਂ ਉਦੋਂ ਇਹ ਫੈਸਲਾ ਲਿਆ ਕਿ ਸਰਕਾਰ ਨੇ ਮਤੇ ਬਿਲਕੁਲ ਗਲਤ ਪਾਸ ਕੀਤੇ। ਦੇਖੋ, ਮੈਂ ਇਹ ਦੇਖਿਆ ਇਸੇ ਤਰ੍ਹਾਂ ਕਰਕੇ 84 ਦੇ ਕੇਸਾਂ ਵਿੱਚ ਵੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਜਦੋਂ ਸਰਕਾਰ ਨੇ ਪੇਸ਼ ਕੀਤੀ ਵਿਧਾਨ ਸਭਾ ਦੇ ਵਿੱਚ ਔਰ ਲੋਕ ਸਭਾ ਦੇ ਵਿੱਚ, ਤੇ ਉਸ ਟਾਈਮ ਦੀ ਮਨਮੋਹਨ ਸਿੰਘ ਕਾਂਗਰਸ ਸਰਕਾਰ ਨੇ ਪਹਿਲਾਂ ਫੈਸਲਾ ਲੈ ਲਿਆ ਸੱਜਣ ਤੇ ਟਾਈਟਲ ਦੇ ਅਗੇਂਸਟ ਸਰਕਾਰ ਕੋਈ ਕੇਸ ਨਹੀਂ ਫਾਈਲ ਕਰ ਰਹੀ, ਕੋਈ ਐਕਸ਼ਨ ਨਹੀਂ ਲੈ ਰਹੀ। ਜਦੋਂ ਉੱਥੇ 3 ਦਿਨ, ਇਹ 8 ਅਗਸਤ, 9 ਅਗਸਤ, 10 ਅਗਸਤ, 3 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ, ਸਾਰੀ ਆਪੋਜੀਸ਼ਨ ਖੜੀ ਹੋ ਗਈ। ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਉਹ 'ਚ ਸਾਰੇ ਆਪੋਜੀਸ਼ਨ ਲੀਡਰਾਂ ਨੂੰ, ਬਰਿੰਦਾ ਕਰਾਟ ਨੂੰ, ਸਾਰਿਆਂ ਨੂੰ ਮੈਂ ਰੋਜ਼ ਮਿਲਦਾ ਹੁੰਦਾ ਸੀ, ਸਵੇਰੇ ਸ਼ਾਮ। ਬਰਿੰਦਾ ਕਰਾਟ ਦਾ ਬਹੁਤ ਵੱਡਾ ਰੋਲ ਰਿਹਾ। ਉਸ ਤੋਂ ਮਗਰੋਂ ਜੋ ਉੱਥੇ ਫੈਸਲਾ ਕੀਤਾ ਸਰਕਾਰ ਨੇ, ਜੋ ਫੈਸਲਾ ਕੀਤਾ ਸਰਕਾਰ ਨੇ ਸਪੈਸੀਫਿਕਲੀ ਇਹ ਕਿਹਾ ਸੱਜਣ ਕੁਮਾਰ ਦਾ ਤੇ ਟਾਈਟਲਰ ਦਾ ਰੋਲ ਐਗਜ਼ਾਮਨ ਕੀਤਾ ਜਾਏਗਾ, CBI ਕਰੇਗੀ। ਸਪੈਸੀਫਿਕਲੀ ਵਿਧਾਨ ਸਭਾ ਦੇ ਵਿੱਚ ਇਹ ਡਿਸੀਜ਼ਨ ਹੋਇਆ, ਇਹ ਲੋਕ ਸਭਾ 'ਚ ਇਹ ਫੈਸਲਾ ਹੋਇਆ, ਪਾਰਲੀਮੈਂਟ 'ਚ ਇਹ ਅਨਾਉਂਸ ਕੀਤਾ ਗਿਆ, ਲੋਕ ਸਭਾ 'ਚ ਵੀ ਤੇ ਰਾਜ ਸਭਾ 'ਚ ਵੀ। ਇਹ ਨਾਲ ਐਕਸ਼ਨ ਟੇਕਨ ਰਿਪੋਰਟ ਇਹ ਸਰਕਾਰ ਨੇ ਫਾਈਲ ਕੀਤੀ ਉਹਨਾਂ ਦਾ ਨਾਮ ਲੈ ਕੇ ਕਿ ਉਹਨਾਂ ਦੇ ਖਿਲਾਫ। ਜਦੋਂ ਉਦੋਂ ਮਗਰੋਂ ਕੇਸ ਚੱਲਿਆ, ਉਹ ਕੇਸ ਦੇ ਵਿੱਚ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਸੱਜਣ ਕੁਮਾਰ ਦੇ ਵਕੀਲਾਂ ਨੇ ਵੀ ਇਹੀ ਕਿਹਾ ਜੀ ਇਹ ਪੁਰਾਣੀ FIR ਜੀ, ਨਵੀਂ FIR ਜੀ, ਡਬਲ ਇਹ ਹੋ ਗਿਆ ਜੀ, ਤਾਂ ਪਹਿਲਾਂ ਸਾਨੂੰ ਛੱਡਿਆ ਗਿਆ, ਇਹ ਸਾਰਾ ਕੁਝ ਕਿਹਾ। ਉਸ ਟਾਈਮ ਦੇ ਉੱਤੇ ਹੀ ਸੀ ਕਿ ਜੀ ਇਹ
कमीशन का परपज़ ही यह सी, सारा कमीशन अपॉइंट करने का परपज़ ही यह सी कि पहला इंसाफ नहीं मिलिया, असी इंसाफ देना। इस करके ये जिहड़ा ये सरकार ने पूरा विचार करके ये किया, क्योंकि दोषियों को सज़ा मिलनी चाहिए है। आ सरकार का फैसला कि इन्हों का रोल इंक्वायर करो। मैं यही चाहता सी विधान सभा दे विच कि विधान सभा च मता पास होवे, जब विधान सभा दे विच एक्शन टेकन रिपोर्ट एक होर सरकार फाइल करे जिहदे विच वो कहे कि उस टाइम दा मुख्यमंत्री ते उस टाइम दा DGP उन्हों का रोल इंक्वायर किया जाऊगा। जो अज असी कह रहे हैं कि किसी पुलिस अफसर की जरूरत नहीं उन्हों का नाम विच पाउण दी, ये जरूरत तो उत्थे विधान सभा दे विच MLA की ते मंत्रियों की होनी चाहिए सी। उत्थे कहते तो फिर देखते किवें पुलिस अफसर उन्हों दी इंक्वायरी नहीं सी करता। हर पुलिस अफसर नूं उन्हों का रोल इंक्वायर करना पैंदा। रणजीत सिंह कमीशन दे विच उन्हों का रोल पूरी तरह खोल के रखा गया। उदों मैं कहता रहा रौला पाउंदा रहा, सब ने कहा तुसी क्यों काली क्यों करते हो, तुसी क्यों इन्ने उतावले होए हो। अज वो देखो साफ गल हो रही है। जो मिल के मेरी उत्थे नहीं चली, किसी ने सुनी नहीं, तो मैं उदों थ्रैट किया इस्तीफा देने का। जो फिर भी मेरी नहीं सुनी, किसी ने नहीं सुनी, कल मैं सिद्धू नूं भी यही लिखा, नवजोत सिंह सिद्धू ने लिखा। उदों मैं तुहानूं कहता रहा तुसी करते रहे करवावांगे साडे ते विश्वास रखो, तुहाडे ते विश्वास करन दा आ नतीजा निकलिया। मैं इस्तीफा दिता। जो मैं इस्तीफा दिता इस गल करके कि कम से कम इस बाद ही हिल जान, पर समझ आ जाए कुछ, उदों ठीक है अपनी मर्जी। उन्होंने कांग्रेस लीडर ने तो कहना सी भगौड़ा भगौड़ा भगौड़ा, संगत भी मैनू भगौड़ा कहन लगी, पर मैनू कोई परवाह नहीं। तुहाडे लई मैं भगौड़ा होऊंगा, पर गुरु के वास्ते तो मैं जो गुरु के लिए मेरा फर्ज सी मैं पूरा किया। मैं तो अज भी मैं जो कर रहा मैं अपने वालों गुरु का फर्ज समझ के पूरा कर रहा। मैं पॉलिटिक्स छड्ड चुकिया। किसी पोलीटिकल पार्टी को फायदा या नुकसान मेरा मतलब नहीं। मेरा मतलब यह है मेरे वालों जिन्ना जोर लगूगा, जिन्नी मैं वाह अपनी लाऊंगा ये दोषियों को सज़ा देने वास्ते, मैं तो ये पूरा अपना जोर लाऊंगा। तो मैं तुहानूं भी ये कहना कि अपना अपना फर्ज समझो, अपना अपना फर्ज समझो। खास करके कांग्रेस लीडरां नूं मैं कह रहा कि ये मौका तुहाडा एक्ट करन दा, ये मौका एक्ट करन दा। नाल मैं तुहानूं दस भी रहा करना की चाहिए। जो मैं तुहानूं दस रहा, जे तुहानूं आप अपनी लीगल टीम के उत्ते विश्वास नहीं, तो क्यों नहीं तुसी कोई सुलझा होया जज, ये सरकार उन्होंने एडवाइजर लगा लेंदी। आज जस्टिस रणजीत सिंह ने जी ने सब कुछ कट के आए ब्लैक एंड वाइट देता, पूरा नंगा चिट्टा कट के तुहाडे अगे रखता, एक एक चीज तत्त रखे। और जस्टिस रणजीत सिंह नूं उदों भी मैं उस टाइम भी कहा सी जस्टिस रणजीत सिंह नूं एडवाइजर रख लो और उन्होंने कंटिन्यू कर दो। अज भी कर लो, अज भी कर लो। जस्टिस रणजीत सिंह नूं सरकार अपना एडवाइजर बना के इन्हां दी लीगल टीम, इन्हां दी पूरी लीगल टीम उन्हां दी सलाह ते चले तो इन्वेस्टिगेशन भी वो एडवाइस तक कर सकते हैं, सुपरवाइज मॉनिटर नहीं कर सकते, एडवाइस कर सकते हैं, एडवाइस कर सकते हैं। नहीं तो जस्टिस महताब सिंह गिल जो चीफ विजिलेंस कमिश्नर ने, देखो एक मैनू पता चलिया सरकार के कुछ सोर्सेज तो कहते जी CVC को असीं किवें समझ सकते हैं इन्वेस्टिगेशन, पर यह जिहड़ी है ये मुद्दा पुलिस अफसरां दे रोल का, सारे के सारे ये पुलिस अफसर है जो गोली कांड, ये मुद्दा पुलिस अफसर के रोल का। जो पुलिस अफसर का रोल आता उत्थे विजिलेंस डिपार्टमेंट आता, उत्थे CVC विच आउंदा, ते CVC नूं सरकार बड़े आराम के नाल एक केस दे विच दे सकती है, ते नाल दी नाल उन्हां नूं सलाह देण लई ते सुपरवाइज करने लई जस्टिस महताब सिंह गिल नूं भी कर सकती है। पर हुण गल यह अजे भी कर लो, नहीं तो पिछली बार भी तुसीं कहंदे सी उतावले क्यों हुंदे हो, अज 2.5 साल बाद उत्थे खड़े आ ते अगे हुण फिर यही कुछ होना पैना। मैं इसे करके ये सारी बारी बारी आके ये फिर गुहारां लगा रहे हैं, ये फिर इन्हां नूं कांग्रेस लीडरां नूं बेनतियां कर रहे हैं कि कह रहे हैं कि आह कर लो, जे तुहाडे कोल कोई बैटर प्लान है तो वह दस दिओ। पर यह जिहड़ी तुहाडी लीगल टीम आ इहदे ते तां विश्वास पंजाब नूं तक ही तुहानूं आप नूं ही नहीं है, आप ही तुसीं कही जांदे हो, ते मंत्री इन्हां दे लीडर ही कही जांदे आ, उन्हां दे पल्ले फिर सानूं पाउण लगे हो तुसीं। तो इस करके मेरा ये बारी आके सबनों कहन का, चिट्ठियां लिखन का यदा मकसद यही है कि कांग्रेस के लीडरां नूं हलूणिया जाए, हलूणिया कि जागो, कुछ करो, मौका हुण करन दा, हुण कर लो। जे हुण नहीं करोगे तो फिर भुगतोगे, और इहो जिहा भुगतोगे जो अकालियां दा हाल हो रहा। तुहाडे अपने लीडरां ने यह गल कही है, जो अकालियां दा हाल पिंडां 'च हो रहा
ਉਹ ਕੱਲ੍ਹ ਨੂੰ ਤੁਹਾਡਾ ਵੀ ਹੋਊਗਾ। ਤੇ ਮੈਂ ਤਾਂ ਸਿਰਫ ਮੇਰਾ ਮਕਸਦ ਸਿਰਫ ਇਹ ਆ। ਤੇ ਹੁਣ ਜਦੋਂ ਜੱਜਮੈਂਟ ਆਏਗੀ ਉਸ ਤੋਂ ਮਗਰੋਂ ਉਹਦੇ ਵਿੱਚ ਕੀ ਆ ਉਹ ਤੁਹਾਨੂੰ ਦੱਸਾਂਗੇ। ਉਹਦੇ ਬਾਰੇ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।